ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇੱਕ ਵਾਰੀ ਫੇਰ ਸਟੂਡੈਂਟਸ ਨਾਲ ਮੈਂ ਰੂਬਰੂ ਹੋਣ ਜਾ ਰਿਹਾ, ਕਿਉਂਕਿ ਸਟੂਡੈਂਟਸ ਨੂੰ ਬਹੁਤ ਸਾਰੇ ਡਾਊਟ ਹੈਗੇ ਆ ਅੱਜ ਦੇ ਡੇਟ 'ਚ ਵੀ, ਔਰ ਮੈਂ ਚਾਹੁੰਦਾ ਕਿ ਉਹ ਡਾਊਟਸ ਅਸੀਂ ਕਲੀਅਰ ਕਰ ਸਕੀਏ। ਔਰ ਸਟੂਡੈਂਟਸ ਦੀ ਜਿਹੜੀ ਕਨਫਿਊਜ਼ਨ ਬਣੀ ਹੋਈ ਹੈ ਸਪੈਸ਼ਲੀ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ, ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕਿ ਮੈਕਸਿਮਮ ਸਟੂਡੈਂਟਸ ਜਿਹੜੇ ਪੰਜਾਬ ਤੋਂ ਹੈਗੇ ਆ ਤੇ ਪ੍ਰੈਫਰ ਕੈਨੇਡਾ। ਸੋ ਕੈਨੇਡਾ ਨੂੰ ਲੈ ਕੇ ਕਾਫੀ ਸਾਰੀ ਕਨਫਿਊਜ਼ਨ ਬਣੀ ਹੋਈ ਹੈ ਸਟੂਡੈਂਟਸ ਨੂੰ ਲੈ ਕੇ। ਅੱਜ ਉਹਨਾਂ ਹੀ ਕਨਫਿਊਜ਼ਨਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ AIPs ਬਾਰੇ ਗੱਲ ਕਰਾਂਗੇ ਕਿ ਜਿਹੜੇ ਸਟੂਡੈਂਟਸ ਦੇ AIPs ਪੈਂਡਿੰਗ ਹੈ, ਸੋ ਵਾਟ ਦੇ ਕੈਨ ਐਕਸਪੈਕਟ। ਸੋ ਮੈਂ ਕਾਫੀ ਸਾਰੇ ਨਿਊਜ਼ ਚੈਨਲ 'ਤੇ ਦੇਖਿਆ, ਹਰ ਕਿਸੇ ਦਾ ਆਪਣਾ ਵਿਊਜ਼ ਹੈਗੇ ਆ। ਸੋ ਮੇਰਾ ਵਿਊ ਇਹ ਹੈ ਕਿ ਹਾਈ ਕਮਿਸ਼ਨ ਨੇ ਜਿਹੜੀ ਸਬਮਿਸ਼ਨ ਦੀ ਡੇਟ ਰੱਖੀ ਹੈ ਦੈਟ ਇਜ਼ 15 ਸਤੰਬਰ। ਜਿਹੜੀ ਫਾਲ ਇਨਟੇਕ ਦੇ ਆਪਾਂ ਐਪਲੀਕੇਸ਼ਨ ਸਬਮਿਟ ਕਰ ਸਕਦੇ ਹਾਂ ਦੈਟ ਇਜ਼ 15 ਸਤੰਬਰ, ਨਾ ਕਿ ਅਸੀਂ ਜ਼ਰੂਰ ਹਾਈ ਕਮਿਸ਼ਨ ਨੇ ਕਿਹਾ ਸੀ ਕਿ 15 ਸਤੰਬਰ ਤੋਂ ਪਹਿਲਾਂ ਵੀ ਵਿਲ ਬੀ ਏਬਲ ਟੂ ਪ੍ਰੋਸੈਸ ਆਲ ਦ AIPs, ਬਟ ਆਈ ਡੋਂਟ ਸੀ ਦੈਟ। ਮੈਨੂੰ ਨਹੀਂ ਲੱਗਦਾ ਕਿ ਆਲ ਦ AIPs ਵਿਲ ਬੀ issued or all the results, we cannot say AIPs because there has to be where ਇੱਕ ਪਹਿਲੂ ਰਿਫਿਊਜ਼ਲ ਵੀ ਹੁੰਦਾ, ਇੱਕ ਪਹਿਲੂ ਵੀਜ਼ਾ ਤੇ ਦੂਜਾ ਪਹਿਲੂ ਰਿਫਿਊਜ਼ਲ ਵੀ ਹੁੰਦਾ। ਸੋ ਆਈ ਐਮ ਰੀਅਲੀ ਡਾਊਟਫੁਲ ਦੈਟ 15 ਸਤੰਬਰ ਤੱਕ ਸਾਰੇ AIPs ਇਸ਼ੂ ਹੋ ਸਕਣਗੇ, ਕਿਉਂਕਿ ਬਹੁਤ ਹੀ ਜਿਹੜੀ ਸਪੀਡ ਹੈ ਉਹ ਬਹੁਤ ਸਲੋ ਚੱਲ ਰਹੀ ਹੈ ਹਾਈ ਕਮਿਸ਼ਨ ਦੀ ਟੂ ਇਸ਼ੂ ਦ ਰਿਜ਼ਲਟਸ। ਸੋ now they have told us to submit new files till 15 September. So how they will be in a position to issue all the AIPs till 15 September? So students, I am suggesting you ki if your college has started the classes, then you can defer. If you've not received your AIP, then you can defer, except you are a student of Algoma University, University of Canada West, or Niagara College. Even they are giving extension till 22nd September, and there are few colleges those who are saying that कि तुसी अपनी क्लासेस शुरू करो, like Lambton College also, and AIP आने तो बाद तुसी ਅਸੀਂ ਕਹਿੰਦੇ ਆ ਕਿ ਜੇ AIP ਨਹੀਂ ਆਂਦਾ ਤੁਹਾਡਾ, ਤੁਹਾਨੂੰ ਰਿਫਿਊਜ਼ਲ ਆ ਜਾਂਦੀ ਹੈ, still we will be refunding full money. So if you are student of these 3-4 colleges what I know, then you can register for online classes and start your online classes, else you have to defer for January intake. Don't worry if you've not received your AIP, do not get confused, do not, I know ਜਿਹੜੇ AIPs ਹੈਗੇ ਆ ਉਹ ਮਾਰਚ ਦੇ ਸਟੂਡੈਂਟਸ ਦੇ ਵੀ ਪੈਂਡਿੰਗ ਚੱਲ ਰਹੇ ਨੇ, ਅਪ੍ਰੈਲ ਵਾਲੇ ਸਟੂਡੈਂਟਸ ਦੇ ਵੀ ਪੈਂਡਿੰਗ ਚੱਲ ਰਹੇ ਨੇ, ਮਈ ਵਾਲੇ ਸਟੂਡੈਂਟਸ ਦੇ ਵੀ ਪੈਂਡਿੰਗ ਚੱਲ ਰਹੀ ਹੈ, ਬਟ we don't have to worry about it because as I told you there is lot of pressure on High Commission to process all these files, and ਮੈਂ ਨਹੀਂ ਚਾਹੁੰਦਾ ਕਿ ਉਹ ਜਲਦੀ ਚ ਕਿਤੇ ਜ਼ਿਆਦਾ ਰਿਫਿਊਜ਼ਲ ਦੇ ਦੇਣ। I know ਦੇਖੋ ਜਿੱਥੇ 5000 AIP ਆਇਆ ਹੋਣਾ ਉੱਥੇ 500 ਰਿਫਿਊਜ਼ਲ ਵੀ ਆਈ ਹੋਣੀ ਹੈ, ਜੇ 10000 AIP ਆਇਆ ਹੋਣਾ ਉੱਥੇ 1000 ਰਿਫਿਊਜ਼ਲ ਵੀ ਆਈ ਹੋਣੀ ਹੈ, ਬਿਕਾਜ਼ ਅਕੋਰਡਿੰਗ ਟੂ ਮੀ ਦ ਰਿਫਿਊਜ਼ਲ ਰੇਟ ਇਜ਼ 10 to 12%, not more than that right now, and due to that there are some good cases also getting refused. So please do not get panic, because ਜੇ ਚੰਗੇ ਕੇਸ ਰਿਫਿਊਜ਼ ਹੋ ਰਹੇ हैं that is because of this unexpected situation that COVID-19 has affected the world, and बहुत pressure हैगा high commission te, and you are getting refused. If you have chosen a government college, if you have applied thoroughly and you've checked your file कि ਤੁਹਾਡੀ ਫਾਈਲ 'ਚ SOP ਹੈਗੀ ਸੀ, ਤੁਹਾਡੀ ਫਾਈਲ 'ਚ complete financial documents ਹੈਗੇ ਸੀ, and still you are getting refused, then you should reapply. But if anything you think it is missed in your file, then you need a proper assessment ਕਿ ਤੁਹਾਡਾ ਸਹੀ ਕਾਲਜ 'ਚ ਅਪਲਾਈ ਹੋਇਆ ਸੀ, ਤੁਹਾਡਾ ਸਹੀ ਕੋਰਸ 'ਚ ਅਪਲਾਈ ਹੋਇਆ ਸੀ, ਤੁਹਾਡਾ ਸਹੀ ਗਵਰਨਮੈਂਟ ਕਾਲਜ। ਸੋ ਆਈ ਵਿਲ ਸੁਜੈਸਟ ਯੂ ਗਵਰਨਮੈਂਟ ਕਾਲਜ, ਤੁਹਾਡਾ ਜਿਹੜਾ ਕੋਰਸ ਹੈਗਾ ਸੀ ਦੈਟ ਇਜ਼ ਰਿਲੇਟਡ ਟੂ ਯਰ ਸਟੱਡੀਜ਼, ਜਿਹੜੀ ਤੁਸੀਂ ਸਿਟੀ 'ਚ ਅਪਲਾਈ ਕੀਤਾ, ਜਿੰਨੀ ਕਿ ਤੁਹਾਡੀ ਪਰਸੈਂਟੇਜ ਹੈਗੀ ਹੈ ਉਸ ਹਿਸਾਬ ਨਾਲ ਉਹ ਸਹੀ ਸ਼ਹਿਰ ਹੈ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਨਗੀਆਂ ਜਦੋਂ ਤੁਸੀਂ ਇੱਕ ਵੀਜ਼ਾ ਲੈਣਾ। ਸੋ ਮੈਨੂੰ ਅੱਜ ਵੀ ਸਟੂਡੈਂਟਸ ਨਾਲ ਡਿਸਕਸ਼ਨ ਹੋਈ, ਇੱਕ ਪਹਿਲੂ ਸਟੂਡੈਂਟ ਕਹਿੰਦਾ SDS, ਦੂਜਾ ਪਹਿਲੂ ਹੁੰਦਾ ਨਾਨ SDS। ਸੋ ਮੈਨੂੰ ਕੁਝ ਸਟੂਡੈਂਟ ਕਹਿੰਦੇ ਕਿ ਨਾਨ SDS कैटेगरी च मैनू किसी कंसल्टेंट ने कहा कि वीज़ा नहीं आ रहे। सो आई विल टेल यू दैट वी हैव रिसीव्ड मोर देन 150 AIPs फॉर नॉन SDS कैटेगरी। यस, वी हैव रिसीव्ड मोर देन, मैं तुहानूं अप्रॉक्सीमेट नंबर दे रहा, बट मैनू लगता है कि नॉन SDS कैटेगरी च 150 तो भी वध मेरे AIPs इशू हुए हैं
आई डोंट से कि ਅਸੀਂ ਬਹੁਤ ਵਧੀਆ ਫਾਈਲਿੰਗ ਕਰਦੇ ਹੋਵਾਂਗੇ, ਦੈਟ ਸਟੂਡੈਂਟਸ ਦਾ ਐਕਸਪੀਰੀਅੰਸ ਹੋਏਗਾ, ਬਟ ਇਟ ਡਿਪੈਂਡਸ। ਬਟ ਅਸੀਂ ਸਾਰੀਆਂ ਫਾਈਲਾਂ 'ਚ SOP ਜ਼ਰੂਰ ਪੁੱਟ ਅਪ ਕਰਦੇ ਹਾਂ, ਫਾਈਨੈਂਸ਼ੀਅਲ ਡਾਕੂਮੈਂਟ ਜ਼ਰੂਰ ਪੁੱਟ ਅਪ ਕਰਦੇ ਹਾਂ, ਐਂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ 3 ਤੋਂ 4 ਵਾਰੀ ਇੱਕ ਫਾਈਲ ਪੜ੍ਹੀਏ। ਪਰ ਫਿਰ ਵੀ ਜੇ ਕਿਸੇ ਫਾਈਲ 'ਚ ਕਲੈਰੀਕਲ ਐਰਰ ਰਹਿ ਜਾਏ, ਆਈ ਐਮ ਰੀਅਲੀ apologize for that, but we make sure that all the files are submitted properly, because ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਦੀ ਡੇਟ 'ਚ 500 plus AIPs ਲੈਂਡਮਾਰਕ ਇਮੀਗ੍ਰੇਸ਼ਨ ਦੇ ਆ ਚੁੱਕੇ हैं, and I'm really thankful to all the students who have trusted us from so many years. So AIPs और refusals ਦਾ ਇੱਕ ਮੁੱਦਾ ਹੈਗਾ ਜਿਹੜਾ ਚੱਲ ਰਿਹਾ, they go hand in hand, visa और refusal they go hand in hand। ਹੁਣ AIP ਵਾਲੇ ਸਟੂਡੈਂਟਸ ਕੀ ਕਰਨ? AIPs ਵਾਲੇ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਰਹੇਗੀ ਕਿ ਆਨਲਾਈਨ ਕਲਾਸਿਸ ਲਗਾਓ। ਮੈਂ ਇਹ ਦੱਸਦਾ ਕਿ ਕਿਸੇ ਕੰਸਲਟੈਂਟ ਦਾ ਕੋਈ ਬੈਨੀਫਿਟ ਨਹੀਂ ਹੈਗਾ ਜੇ ਤੁਸੀਂ ਆਨਲਾਈਨ ਕਲਾਸਿਸ ਲਾਉਂਦੇ ਹੋ, ਨਾ ਹੀ ਮੇਰਾ ਕੋਈ ਬੈਨੀਫਿਟ ਹੈਗਾ ਜੇ ਤੁਸੀਂ ਆਨਲਾਈਨ ਕਲਾਸਿਸ ਲਾਉਂਦੇ ਹੋ। ਵੀ ਆਰ ਜਸਟ ਵਰਡ ਦੈਟ ਕਿ ਸਾਨੂੰ AIP ਆ ਗਿਆ ਐਂਡ ਕੋਈ ਅਣਗਹਿਲੀ ਕਰਕੇ ਤੁਹਾਨੂੰ ਸੈਕਿੰਡ ਸਟੇਜ ਤੇ ਰਿਫਿਊਜ਼ਲ ਆ ਜਾਏਗੀ ਤੇ ਕਾਲਜ ਐਮਬੈਸੀ ਮੰਗ ਲੇਗੀ, ਵੇਅਰ ਆਰ ਯੂਰ ਇਨਰੋਲਮੈਂਟ ਲੈਟਰਸ, ਵਾਈ ਡਿਡਨਟ ਯੂ ਸਟਾਰਟ ਯੂਰ ਆਨਲਾਈਨ ਕਲਾਸਿਸ। ਸੋ ਆਈ ਡੋਂਟ ਵਾਂਟ ਕਿ ਇੱਦਾਂ ਦਾ ਕੋਈ ਕੁਐਸਚਨ ਪੁੱਟ ਅਪ ਹੋਵੇ ਸੈਕਿੰਡ ਸਟੇਜ ਤੇ ਔਰ ਤੁਹਾਨੂੰ ਕੋਈ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਏ ਸੈਕਿੰਡ ਸਟੇਜ ਤੇ। ਸੋ ਯੂ ਆਰ ਗੈਟਿੰਗ ਅ ਚਾਂਸ ਟੂ ਗੋ ਟੂ ਕੈਨੇਡਾ, ਯੂ ਆਰ ਗੈਟਿੰਗ ਅ ਚਾਂਸ ਟੂ ਸਟੱਡੀ ਇਨ ਕੈਨੇਡਾ। ਸੋ ਪਲੀਜ਼ follow the rules and regulations, as you know कि approval and principles are issued for you to study online. So students, you have to be very careful when you get your approval in principle. If you are deferring, it's not a problem. So ਹੁਣ ਅਸੀਂ ਗੱਲ ਕਰਦੇ ਹਾਂ ਡੈਫਰ। ਕਾਫੀ ਸਾਰੇ ਬੱਚੇ ਹੈਗੇ ਜਿਹੜੇ ਕਹਿੰਦੇ ਡੈਫਰ ਹੋ ਗਿਆ ਜੀ, ਅਸੀਂ ਡੈਫਰ ਕਰ ਲਿਆ, ਅਸੀਂ ਡੈਫਰ ਕਰਨਾ ਚਾਹੁੰਦੇ ਹਾਂ। ਸੋ ਯੂ ਸ਼ੁੱਡ ਬੀ ਵੈਰੀ ਸ਼ੋਰ ਕਿ ਵਾਟ ਯੂ ਵਿਲ ਰਾਈਟ ਜੇ ਐਕਸਪਲੇਨੇਸ਼ਨ ਲੈਟਰ ਮੰਗੀ ਜਾਂਦੀ ਹੈ। ਯੂ ਸ਼ੁੱਡ ਬੀ ਰੀਅਲੀ ਸ਼ੋਰ ਕਿ ਆਪਾਂ ਕਿਉਂ ਡੈਫਰ ਕੀਤਾ। ਯੂ ਸ਼ੁੱਡ ਹੈਵ ਅ ਸੋਲਿਡ ਰੀਜ਼ਨ। that is my advice. As such, by High Commission they have said that they don't have any problem in students deferring, but you know I don't want even 0.01% ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋਏ। So that is why I'm suggesting you, as such I don't have any issue for you deferring or not deferring। ਫਿਰ ਅਸੀਂ ਗੱਲ ਕਰਦੇ ਹਾਂ IELTS ਐਕਸਪਾਇਰ ਵਾਲੇ ਸਟੂਡੈਂਟਸ ਦੀ। ਸੋ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦਾ IELTS ਐਕਸਪਾਇਰ ਹੋ ਗਿਆ ਔਰ ਉਹਨਾਂ ਦੀਆਂ ਫਾਈਲਾਂ ਅੰਬੈਸੀ 'ਚ ਸੀ ਜਾਂ ਹੋਣ ਵਾਲਾ। ਸੋ ਇਹਦੇ 'ਚ ਦੋ ਪਹਿਲੂ ਹੈ। ਪਹਿਲਾ ਪਹਿਲੂ ਇਹ ਹੈ ਕਿ IELTS ਐਕਸਪਾਇਰ ਹੋ ਗਿਆ ਰੀਸੈਂਟਲੀ, your file is in embassy, the High Commission has said that they will consider your previous IELTS and issue you AIP or whatever result they are looking at. Secondly, your IELTS is expired now and you are submitting a new file. Please don't submit a new file on an expired IELTS. Do your IELTS again and then only submit your file. Do not submit your file at expired IELTS. Okay, so that is not at all valid. I had a question and discussed with many people. Do not submit your file at expired IELTS. ਫਿਰ ਅਸੀਂ ਸੈਕਿੰਡ ਸਟੇਜ ਰਿਫਿਊਜ਼ਲਸ ਦੀ ਸਟੂਡੈਂਟਸ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਸੈਕਿੰਡ ਸਟੇਜ ਤੇ ਰਿਫਿਊਜ਼ਲ ਦੇ ਕਿੰਨੇ ਕੁ ਚਾਂਸਸ ਹੈਗੇ ਆ। ਸੋ ਸਟੂਡੈਂਟ ਸੈਕਿੰਡ ਸਟੇਜ ਤੇ ਰਿਫਿਊਜ਼ਲ ਦੇ ਚਾਂਸ 0.01% ਹੈਗੇ ਆ ਜੇ ਤੁਸੀਂ ਫਸਟ ਆਫ ਆਲ ਆਨਲਾਈਨ ਕਲਾਸਿਸ ਲਗਾ ਰਹੇ ਹੋ, ਜੇ ਤੁਸੀਂ ਆਪਣੀ ਫਾਈਲ 'ਚ ਕੋਈ ਫੇਕ ਡਾਕੂਮੈਂਟ ਨਹੀਂ ਲਗਾਇਆ ਸੀ, ਜੇ ਤੁਹਾਡੇ ਤੇ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟ ਨਹੀਂ ਹੋਏ ਹੋ, ਤੁਹਾਡੇ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਚੱਲਦਾ, ਤੁਸੀਂ ਟੈਰਰਿਸਟ ਨਹੀਂ ਹੋ, ਤੁਸੀਂ ਸਪਾਈ ਨਹੀਂ ਹੋ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੇ, ਮੈਨੂੰ ਲੱਗਦਾ ਕੋਈ ਵੀ ਸਟੂਡੈਂਟ ਇਸ ਕੈਟੇਗਰੀ 'ਚ ਫੋਲੋ ਨਹੀਂ ਕਰਦਾ। ਸੋ ਯੂ ਹੈਵ 0.01% ਆਫ ਰਿਫਿਊਜ਼ਲ ਐਟ ਸੈਕਿੰਡ ਸਟੇਜ, ਦੈਟ ਇਜ਼ ਵਾਟ ਮਾਈ ਅੰਡਰਸਟੈਂਡਿੰਗ ਇਜ਼। ਫਿਰ ਅਸੀਂ ਗੱਲ ਕਰਦੇ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਵੀ ਹੈਗੇ ਜਿਹੜੇ ਕਹਿੰਦੇ ਮੇਰਾ ਹਾਈਬ੍ਰਿਡ ਪ੍ਰੋਗਰਾਮ ਹੈ, ਮੇਰਾ ਹਾਈਬ੍ਰਿਡ ਪ੍ਰੋਗਰਾਮ ਹੈ ਐਂਡ ਵਾਟ ਟੂ ਡੂ। ਆਈ ਹੈਵ ਆਲਰੇਡੀ ਡਨ ਅ ਵੀਡੀਓ ਔਨ ਦੈਟ ਕਿ ਹਾਈਬ੍ਰਿਡ ਪ੍ਰੋਗਰਾਮ ਵਾਲੇ ਦੇ ਕੈਨ ਡੈਫਰ ਟੂ ਨੈਕਸਟ ਇਨਟੇਕ, they can change the course in the similar college and submit an explanation letter to the High Commission that मैं course change ਕੀਤਾ because I wanted to start my online classes, मैं classes online start ਕਰਨਾ ਚਾਹੁੰਦਾ ਸੀ ਔਰ ਜਿਹੜਾ ਮੇਰਾ hybrid program ਸੀ ਉਹ online ਨਹੀਂ start ਹੋ ਰਿਹਾ ਸੀ, that is why I changed my course. And then also if you are not satisfied then you can change the college also if you want to study online, and if you want to start your classes online, and you can change the college also, because if you have a genuine intent to study online then your visa will never be refused at second stage even if you change your college, if you are a hybrid student. agar same college ch tanu course start ho reha then you should not change your college. if ਤੁਸੀਂ hybrid student ਹੋ then you can change your college, because ਕਾਫੀ ਸਾਰੇ ਸਟੂਡੈਂਟਸ ਦੀ ਇਦਾਂ ਦੀ ਪ੍ਰੋਬਲਮ ਹੈਗੀ ਕਿ ਜਿਹੜਾ ਕੋਰਸ ਇਸ ਸਤੰਬਰ 'ਚ ਸ਼ੁਰੂ ਹੋ ਰਿਹਾ ਉਹ ਨੈਕਸਟ ਸਤੰਬਰ 'ਚ ਉਸ ਕਾਲਜ 'ਚ ਸ਼ੁਰੂ ਹੋ ਰਿਹਾ, ਤੁਹਾਡਾ AIP ਆ ਗਿਆ, ਤੁਸੀਂ 1 ਸਾਲ ਨਹੀਂ ਵੇਟ ਕਰਨ ਵਾਲੇ। so you can write an explanation letter that why you change your college, so it is valid point.
ਫਿਰ ਅਸੀਂ ਗੱਲ ਕਰਦੇ ਜਨਵਰੀ ਇਨਟੇਕ ਬਾਰੇ। ਕੋਈ ਵੀ ਅਪਡੇਟ ਨਹੀਂ ਹੈਗਾ ਕਿ ਉਹ 2 ਸਟੇਜ ਵੀਜ਼ਾ ਹੋਏਗਾ ਜਾਂ ਸਿੰਗਲ stage visa ਹੋਏਗਾ। there is no update right now, but yes, I have received some calls that students who have received AIP, they were applied in January intake, but my student, any student for January intake hasn't received any AIP. So students, you have to be very sure that right now there is no update about January intake, but according to what I sense, I feel that January intake will also be a 2-stage visa process only. Fair last date to submission your file is 15th September, so please submit your file by 15th September. This is really you can submit as per declared by IRCC, and then you should avoid submitting fake documents in your file. I advise all the students, do not show exorbitant funds which do not belong to your family. Show whatever is genuine in your file if you are looking forward for a visa approval. If you are recently refused, don't worry, don't panic, be patient, get your file assessed, and then we can reapply and you can get your visa also. See, we do not guarantee any kind of visa because we are not visa officers. We can only advise you, only guide you where their chances are more. So if you need an appointment with me, kindly email me at info@landmarkimmigration.com or call us at this number 90413 My team will put up an appointment with me, or you can walk in also to our Mohali office where I sit, and you can meet me if I am free. If I don't have any appointment, I will be able to assess your profile and guide you properly. So thank you so much for watching our videos, for liking our for information, and because we believe in only reliable information, as I explain that to all the students in all my videos, that we believe in only reliable and authentic information that can be shared with the students. So thank you.